ਉਹਨਾਂ ਦੇ ਵੱਡੇ ਭਰਾ ਜੋ ਆਰਮੀ 'ਚ ਮੇਜਰ ਸਨ, ਉਸ ਸਮੇਂ ਉਹਨਾਂ ਦੀ ਡਿਊਟੀ ਜਲੰਧਰ 'ਚ ਸੀ। ਤਕਰੀਬਨ 2 ਘੰਟੇ ਦੀ ਉਹਨਾਂ ਦੀ ਜੋ ਹੈ ਇੰਟਰਵਿਊ ਉਹ ਵੀ ਸੁਣੀ ਬਹੁਤ ਵਿਸਥਾਰ ਨਾਲ। ਕਿਵੇਂ ਬਚਪਨ 'ਚ ਉਹਨਾਂ ਦਾ ਜਨਮ ਹੁੰਦਾ, 7 ਭਰਾ ਸਨ, ਕਿਵੇਂ ਗੁਰੂ ਕੀ ਬਾਣੀ ਨਾਮ 'ਚ ਨਿਪੁੰਨ ਰਹਿੰਦੇ। ਮੈਂ ਹੈਰਾਨ ਸੀ। ਕਹਿੰਦੇ ਕਿ ਬਚਪਨ 'ਚ 22 ਘੰਟੇ ਬਾਣੀ ਪੜ੍ਹਦੇ ਹੁੰਦੇ ਸੀ। 22 ਘੰਟੇ ਬਾਣੀ ਪੜ੍ਹਨੀ, ਤੇ ਬਾਣੀ ਪੜ੍ਹਨੀ ਵੀ ਕਹਿੰਦੇ ਸਾਡੇ ਮਾਤਾ ਪਿਤਾ ਜੀ ਕੋਲੋਂ ਘਰ ਦੇ ਕੰਮ ਵੀ ਰੱਜ ਕੇ ਕੀਤੇ। ਕਹਿੰਦੇ ਉਹਨਾਂ ਨੇ ਤੇ ਰੋੜੀਆਂ ਵਿੱਚ ਕੰਡੇ ਪਾ ਲੈਣੇ, ਤੇ ਉਹਦੇ ਉੱਤੇ ਕਹਿੰਦੇ ਛਾਫ ਵਿਛਾ ਕੇ, ਫਿਰ ਚਾਦਰ ਵਿਛਾ ਕੇ, ਤੇ ਫਿਰ ਬਾਣੀ ਪੜ੍ਹਨੀ, ਨਾਮ ਜਪਣਾ ਕਿ ਨੀਂਦ ਨਾ ਆਏ। ਸੋ ਸੰਗਤ ਜੀ, ਤਾਂ ਕਰਕੇ ਕਹਿਣਾ ਕਿ ਕਦੇ ਸਮਾਂ ਮਿਲੇ। ਇੱਕ ਇੰਟਰਵਿਊ ਭਾਈ ਅਮਰੀਕ ਸਿੰਘ ਜੀਆਂ ਦੀ ਧਰਮ ਸੁਪਤਨੀ, ਜਦੋਂ ਕਿਤੇ ਉਹ ਸਾਕਾ ਸੁਣਾਉਂਦੇ ਨੇ ਉਹਨਾਂ ਦੇ ਨਾਲ ਜੋ ਹੱਡ ਬੀਤੀ ਆ, ਤੇ ਉਹ ਰੋ ਪੈਂਦੇ ਨੇ। ਕਹਿੰਦੇ ਹੰਝੂ ਰੁਕਦੇ ਨਹੀਂ ਜੋ ਉਹਨਾਂ ਨੇ ਉਸ ਸਮੇਂ ਸਾਡੇ ਨਾਲ ਕੀਤਾ। ਕਿਉਂਕਿ ਕਈ ਵਾਰੀ ਹੁੰਦਾ ਕਿ ਲਿਖਤਾਂ 'ਚ ਉਹ ਕੁਝ ਨਹੀਂ ਆਉਂਦਾ ਜੋ ਅੱਖੀ ਵੇਖਿਆ ਹੁੰਦਾ ਇਤਿਹਾਸ ਹੈ। ਜਦੋਂ ਉਹਨੂੰ ਸੁਣਦੇ ਹਾਂ ਲੂਹ ਕੰਡੇ ਖੜੇ ਹੁੰਦੇ ਨੇ। ਖੈਰ, 1 ਤਰੀਕ ਨੂੰ ਅਸੀਂ ਉਸ ਦਿਨ ਵਿਚਾਰਿਆ ਸੀ ਕਿ ਤਕਰੀਬਨ 8 ਘੰਟੇ ਗੋਲੀ ਚੱਲੀ, ਤੇ 32 ਗੋਲੀਆਂ ਉਦੋਂ ਸ਼੍ਰੀ ਹਰਿਮੰਦਰ ਸਾਹਿਬ ਲੱਗੀਆਂ। ਉੱਥੋਂ ਦੇ ਰਾਗੀ ਸਿੰਘਾਂ ਦੇ ਪੱਟਾਂ 'ਚ ਗੋਲੀਆਂ ਵੱਜਦੀਆਂ ਨੇ, ਖੂਨ ਬਹੁਤ ਵਗਣ ਕਰਕੇ, ਤੇ ਉਹਨਾਂ ਦੀ ਬਾਅਦ ਵਿੱਚ ਜਿਹੜੀ ਉਹ ਮੌਤ ਹੁੰਦੀ ਹੈ, ਉਹ ਸ਼ਹੀਦ ਹੋ ਜਾਂਦੇ ਆ। ਬਾਅਦ ਵਿੱਚ 2 ਤੇ 3 ਨੂੰ ਵੀ ਕਹਿੰਦੇ ਥੋੜ੍ਹੀ ਸ਼ਾਂਤੀ ਰਹੀ, ਕਿਉਂਕਿ ਸਮਝੌਤੇ ਵੀ ਚੱਲਦੇ ਰਹੇ। ਜਿਵੇਂ ਆਪ ਜੀਆਂ ਨੂੰ ਦੱਸਿਆ, ਬਹੁਤ ਉਹਦੇ ਵਿੱਚ ਇੰਦਰਾ ਗਾਂਧੀ ਵੱਲੋਂ ਫਿਰ ਪ੍ਰੈਸ ਕਾਨਫਰੰਸ ਕਰਨੀ, ਆਪਣੇ ਵੱਡੇ ਮੰਤਰੀ ਇਕੱਠੇ ਕਰ ਲੈਣੇ, ਜੋ ਉਸ ਸਮੇਂ ਚੱਲਦਾ ਹੈ। ਤੇ ਇੱਧਰਲੇ ਪਾਸੇ ਸੰਤਾਂ ਵੱਲੋਂ ਜਿਹੜਾ ਹੈ ਉਹ ਪੱਤਰਕਾਰਾਂ ਨੂੰ ਆਪਣੇ ਜਵਾਬ ਅੱਗੇ ਰੱਖਣੇ। ਖੈਰ, ਇਹ ਸਭ ਕੁਝ ਚੱਲਿਆ। ਤੇ ਇਹਨਾਂ ਦਿਨਾਂ ਵਿੱਚ ਹੋਰ ਫੋਰਸ ਜਿਹੜੀ ਆ, ਕਹਿੰਦੇ ਕਿ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਜ਼ਿਆਦਾ ਮਿਲਟਰੀ ਇਕੱਠੀ ਇਹਨਾਂ ਨੇ ਕੀਤੀ। ਤੇ ਇੱਕ ਗੱਲ ਹੋਰ ਉਹਨਾਂ ਨੇ ਬੜੇ ਕਮਾਲ ਦੀ ਦੱਸੀ ਕਿ ਇਹਨਾਂ ਨੇ ਪੰਜਾਬ 'ਚ ਜਦੋਂ ਇੰਨੀ ਫੌਜ ਲਿਆਂਦੀ, ਤੇ ਆਮ ਲੋਕਾਂ ਨੂੰ ਇਹ ਭੁਲੇਖਾ ਪਾ ਕੇ ਰੱਖਿਆ ਕਿ ਇੱਥੇ ਵੈਸੇ ਕੋਈ ਇਹਨਾਂ ਨੇ ਆਪਣੀ ਪ੍ਰੈਕਟਿਸ ਜਾਂ ਕੋਈ ਹੋਰ ਕਰਮ ਕਰਨਾ। ਉਸ ਤਰੀਕੇ ਨਾਲ ਇਹਨਾਂ ਨੇ ਥੋੜ੍ਹੀ ਟੁਕੜੀਆਂ 'ਚ, ਜਿਵੇਂ ਟ੍ਰੇਨਾਂ ਤੇ ਗੱਡੀਆਂ ਤੇ, ਬੜੇ ਤਰੀਕੇ ਨਾਲ ਇਹਨਾਂ ਨੇ ਜਿਹੜੀ ਫੋਰਸ ਨੂੰ ਉਹ ਇੱਥੇ ਲੈ ਕੇ ਆਂਦੇ। ਫਿਰ ਸੰਗਤ, ਜਦੋਂ 3 ਤਰੀਕ ਫਿਰ ਗੋਲੀ ਚੱਲਦੀ ਆ, ਆਖਿਰਕਾਰ ਉਹ ਦਿਨ ਆਇਆ ਜਦੋਂ ਅੰਦਰੋਂ ਕੋਈ ਜਵਾਬੀ ਹਮਲਾ ਨਾ ਮਿਲਿਆ। ਤੇ ਫਿਰ KS ਬਰਾੜ ਇਹਨੇ ਫਿਰ ਆਪਣੇ ਉਸ ਕੰਟਰੋਲ ਜਿਹੜਾ ਜਿੱਥੇ ਕਰ ਰਿਹਾ ਸੀ ਬਹਿ ਕੇ, ਉੱਥੋਂ ਕਿਹਾ ਕਿ ਹੁਣ ਫੌਜਾਂ ਨੂੰ ਅੰਦਰ ਤੋਰੋ। ਤੇ ਸਭ ਤੋਂ ਅੱਗੇ ਜਿਹੜੀ ਆ ਡੋਗਰਾ ਰੈਜੀਮੈਂਟ, ਬਿਹਾਰ ਰੈਜੀਮੈਂਟ, ਇਹੋ ਲੱਗੀਆਂ ਸਨ। ਤੇ ਸਭ ਤੋਂ ਪਹਿਲਾਂ ਜਿਹੜੀ ਫੌਜ ਆਪਣੇ ਉਤਰਦੀ, ਉਹ ਜਲ੍ਹਿਆਂਵਾਲੇ ਬਾਗ ਤੋਂ, ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੁੰਦੇ ਹਾਂ, ਇੱਧਰੋਂ ਫੌਜਾਂ ਤਾਰਨੀਆਂ ਸੀ। ਤੇ ਕਹਿੰਦੇ ਸੀ 2 ਥਾਂ ਤੋਂ ਗੋਲੀਆਂ ਚਲਾਇਓ, ਇੱਕ ਜਿੱਥੋਂ ਗੁਰੂ ਰਾਮਦਾਸ ਜੀਆਂ ਦੇ ਲੰਗਰ ਹਾਲ ਵਾਲੇ ਪਾਸੇ ਤੋਂ ਅਸੀਂ ਥੱਲੇ ਉਤਰਦੇ ਹਾਂ, ਇੱਧਰੋਂ ਤੁਸੀਂ ਗੋਲੀਆਂ ਦਾਗੀ ਜਾਣੀਆਂ, ਤਾਂ ਕਿ ਅੰਦਰ ਬੈਠੇ ਸਿੰਘਾਂ ਨੂੰ ਇਹ ਹੋਵੇ ਕਿ ਉਹਨਾਂ ਨੂੰ ਭਰਮ ਪਾਉਣਾ। ਉਹਦਾ ਇੱਕ ਵੱਡਾ ਕਾਰਨ ਇਹ ਸੀ ਕਿ ਜਦੋਂ ਅਸੀਂ ਜਲ੍ਹਿਆਂਵਾਲੇ ਬਾਗ ਤੋਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਹਾਂ, ਉੱਥੋਂ ਅਕਾਲ ਤਖ਼ਤ ਸਾਹਿਬ ਬੜਾ ਨੇੜੇ ਆ, ਤੇ ਇਹਨਾਂ ਨੂੰ ਸੀ ਕਿ ਜਿੰਨੀ ਛੇਤੀ ਹੋ ਸਕੇ ਅਕਾਲ ਤਖ਼ਤ ਸਾਹਿਬ ਜਾ ਕੇ ਸੰਤਾਂ ਨੂੰ, ਉਹਨਾਂ ਦੇ ਨਾਲਦਿਆਂ ਨੂੰ ਅਸੀਂ ਜਾਂ ਜਿਉਂਦੇ ਜਾਂ ਸ਼ਹੀਦ ਛੇਤੀ ਤੋਂ ਛੇਤੀ ਕਰੀਏ। ਇਹਨਾਂ ਨੇ ਇੱਦਾਂ ਕੀਤਾ। 2 ਪਾਸਿਆਂ ਤੋਂ ਗੋਲੀਆਂ ਸ਼ੁਰੂ ਕੀਤੀਆਂ। ਇੱਕ ਬਾਬਾ ਦੀਪ ਸਿੰਘ ਜੀਆਂ ਦੇ ਬੁੰਗੇ ਕੋਲੋਂ ਵੀ ਅਸੀਂ ਜਦੋਂ ਪੌੜੀਆਂ ਵੇਖਦੇ ਹਾਂ, ਤੇ ਇੱਧਰੋਂ ਫੌਜਾਂ ਤਾਰੀਆਂ। ਇੱਧਰਲੇ ਪਾਸੇ ਜਨਰਲ ਸੁਬੇਗ ਸਿੰਘ ਨੇ ਨਾ, ਜਿੱਥੋਂ ਅਸੀਂ ਉਤਰਦੇ ਹਾਂ ਬਿਲਕੁਲ ਉੱਥੋਂ ਕਹਿੰਦੇ 1.5 ਫੁੱਟ ਦੇ ਉੱਤੇ ਨਾ ਸੁਰਾਖ ਕੀਤੇ ਹੋਏ ਸੀ। ਉਹਨਾਂ ਨੂੰ ਇਹ ਸੀ ਕਿ ਜਦੋਂ ਫੌਜਾਂ ਅੰਦਰ ਆਉਣਗੀਆਂ ਤੇ ਰਿੰਗਦੀਆਂ ਹੋ ਜਾਣਗੀਆਂ, ਜਿਵੇਂ ਕੋਹਣੀਆਂ ਭਾਰੋਂ ਪ੍ਰੈਕਟਿਸ ਕਰਦੇ। ਚਲੋ ਰਿੰਗਦੀਆਂ ਤੇ ਉਹ ਆਈਆਂ ਨਹੀਂ, ਪਰ ਸਿੰਘਾਂ ਨੇ ਇਹੋ ਜਿਹੀ ਫਿਰ ਅੱਗੋਂ ਜਵਾਬੀ ਹਮਲੇ ਕੀਤੇ ਕਿ ਕਹਿੰਦੇ ਆ 2-3 ਹਜ਼ਾਰ ਫੌਜੀ ਉਹਨਾਂ ਦਾ ਝਟਕਾ ਕੇ ਰੱਖਦਾ। ਕੁਲਦੀਪ ਸਿੰਘ ਬਰਾੜ ਨੂੰ ਪਤਾ ਹੀ ਨਾ ਲੱਗੇ ਕਿ ਗੋਲੀ ਚੱਲ ਕਿੱਥੋਂ ਰਹੀ ਆ। ਬਹੁਤ ਕੁਝ ਹੋਇਆ ਸੰਗਤ ਜੀ। ਉਹਦੇ ਵਿੱਚ ਉਹਨਾਂ ਦੇ ਵੀ ਜਿਹੜੇ ਸੀ ਉਹ ਫੌਜ ਦੇ ਮਾਰੇ ਜਵਾਨ, ਇੱਧਰ ਸਿੱਖ ਵੀ ਫਿਰ ਥੋੜੇ ਕਰਕੇ ਚੜ੍ਹਾਈ ਕਰਨ ਲੱਗੇ। ਇੱਕ ਸੁਖਦੇਵ ਸਿੰਘ ਜੀ ਹੋਏ ਨੇ, ਉਹ ਬੱਬਰ ਖਾਲਸਾ ਦੇ, ਉਹ ਬੈਠੇ ਹੋਏ ਸੀ। ਇੱਧਰ ਵੱਡੀ ਟੈਂਕੀ ਨਾ ਤੁਸੀਂ ਅੱਜ ਵੀ ਕਦੇ ਵੇਖਿਓ, ਜਿੱਥੇ ਪਹਿਲੇ ਅਸੀਂ ਜਦੋਂ ਆਪਣੇ ਟ੍ਰੇਨ ਦੇ ਉੱਤੇ ਸਫ਼ਰ ਕਰਕੇ ਬੱਸ ਲੈਣੀ, ਜਿੱਥੇ ਬੱਸਾਂ ਰੁਕਦੀਆਂ ਸੀ ਨਾ, ਉਹਦੇ ਉੱਪਰ ਵੇਖਿਓ ਬਹੁਤ ਵੱਡੀ ਟੈਂਕੀ ਹੈ। ਉਹ ਟੈਂਕੀ ਤੋਂ ਹੀ ਸਾਰਾ ਪਾਣੀ ਜਿਹੜਾ ਹੈ ਉਹ ਦਰਬਾਰ ਸਾਹਿਬ ਨੂੰ ਪਹੁੰਚਣਾ ਕਰਦਾ।
ਇਹਨਾਂ ਨੇ ਜਦੋਂ ਵੇਖਿਆ ਕਿ ਉੱਥੋਂ ਹਮਲੇ ਕੀਤੇ ਜਾ ਰਹੇ ਆ, ਬਾਬਾ ਅਟਲ ਰਾਏ ਜੀ ਦੇ ਬੁੰਗੇ ਤੋਂ ਹਮਲੇ, ਇਹਨਾਂ ਨੇ ਫਿਰ ਉਹ 2 ਬੁੰਗਿਆਂ ਨੂੰ ਡਾਇਆ ਫੌਜ ਨੇ। ਪਹਿਲਾਂ ਇੱਕ ਉਹਨਾਂ ਨੇ ਬੜਾ ਨਾਮ ਦੱਸਿਆ ਸੀ RTC, ਸ਼ਾਇਦ ਇਦਾਂ ਕਹਿੰਦੇ, ਇਹ ਤੋਪਾਂ ਟੈਂਕ ਨੂੰ ਵੀ ਡਾ ਦਿੰਦੀਆਂ। ਉਹ ਤੋਪਾਂ ਦੇ ਗੋਲੇ ਇਹਨਾਂ ਨੇ ਫਿਰ ਦਾਗ ਕੇ, ਪਾਣੀ ਵੀ ਉਹ ਉੱਥੇ ਜਿਹੜੇ ਬਹੁਤ ਨੁਕਸਾਨ ਹੋਇਆ ਤੇ ਪਾਣੀ ਦੀ ਸਪਲਾਈ ਬੰਦ ਹੋ ਗਈ ਅੰਦਰ ਦਰਬਾਰ ਸਾਹਿਬ ਸਾਰੀ। ਉਸ ਤੋਂ ਬਾਅਦ ਫਿਰ 3-4 ਤੱਕ ਇਹ ਸਾਰਾ ਕਤਲੋਗਾ ਚੱਲਦਾ ਰਿਹਾ। ਆਓ ਫਿਰ ਆਪਾਂ ਹੁਣ ਉੱਥੇ ਆਈਏ ਕਿ 5 ਤਰੀਕ ਨੂੰ ਜਦੋਂ ਬੇਬਸ ਹੋ ਗਈ ਫੌਜ, ਇਹਨਾਂ ਨੇ ਕਮਾਂਡੋ ਫੋਰਸ ਜਿਹੜੀ ਸਭ ਤੋਂ 1 ਨੰਬਰ ਤੇ ਮੰਨੀ ਜਾਂਦੀ ਹੈ ਕਿ ਉਹ ਤੋਂ ਅੱਗੇ ਕੋਈ ਹੈ ਹੀ ਨਹੀਂ, ਇਹਨਾਂ ਨੇ ਕਿਹਾ ਕਿ ਹੁਣ ਕੋਈ ਆਪਣਾ ਸਪੈਸ਼ਲ ਜਿਹੜੀ ਹੈ ਫੋਰਸ ਭੇਜੋ। ਕਮਾਂਡੋ ਫੋਰਸ ਆਉਂਦੀ ਹੈ, ਉਹਦਾ ਜਿਹੜਾ ਮੇਨ ਕਮਾਂਡਰ ਹੁੰਦਾ ਉਹ ਕਹਿਣ ਲੱਗਾ ਐਵੇਂ ਮੈਨੂੰ ਥੋੜਾ ਸਮਾਂ ਦਿਓ ਤੇ ਮੇਰੇ ਜਿਹੜੇ ਮੈਨੂੰ ਮਾਣ ਹੈ ਆਪਣੇ ਸੈਨਿਕਾਂ ਦੇ ਤੇ ਮੈਂ ਬੜੀ ਛੇਤੀ ਨਾਲ ਤੇ ਕਬਜ਼ਾ ਕਰਾਂਗਾ। ਉਹਨਾਂ ਨੇ ਜਦੋਂ ਉੱਤੋਂ ਆਪਣੇ ਕਮਾਂਡੋ ਲਾਉਣੇ ਸ਼ੁਰੂ ਕੀਤੇ ਜਹਾਜ਼ਾਂ ਰਾਹੀਂ ਤੇ ਸਿੰਘਾਂ ਨੇ ਛੱਤਾਂ ਤੇ ਪੈਰ ਰੱਖਣ ਤੋਂ ਪਹਿਲਾਂ ਹੀ ਉਹਨਾਂ ਨੂੰ ਨੇਸਤੋ ਨਬੂਦ ਕਰਤਾ। ਭਾਵ ਸਿੰਘ ਬੜੇ ਤਰੀਕੇ ਦੇ ਨਾਲ ਜਨਰਲ ਸੁਬੇਗ ਸਿੰਘ ਨੇ ਅੰਦਰ ਬਿਠਾਏ। ਜਦੋਂ ਇਹਨਾਂ ਨੂੰ ਲੱਗਾ ਕਿ ਹੁਣ ਇਦਾਂ ਤੇ ਗੱਲ ਨਹੀਂ ਬਣਨੀ, ਫਿਰ ਇਹਨਾਂ ਨੇ ਇੰਦਰਾ ਦੇ ਨਾਲ, ਜਿਵੇਂ ਪਹਿਲਾਂ ਵੀ ਦੱਸਿਆ ਕਿ ਕੁਲਦੀਪ ਸਿੰਘ ਬਰਾੜ ਦੇ ਉੱਤੇ ਰਣਜੀਤ ਸਿੰਘ ਦਿਆਲ, ਉਹਦੇ ਤੋਂ ਉੱਤੇ KS ਸੁੰਦਰ ਤੋਂ ਅੱਗੇ ਫਿਰ ਜਿਹੜਾ ਹੈ ਉਹ ਜਰਨਲ ਜਿਹੜਾ ਦਿਆਲ ਉੱਥੇ ਬੈਠੇ ਹੋਏ ਨੇ ਵੈਦਿਆ, ਇਹਦੇ ਨਾਲ ਸੰਪਰਕ ਕੀਤਾ ਕਿ ਸਾਨੂੰ ਟੈਂਕ ਅੰਦਰ ਖੜਨ ਦੀ ਜਿਹੜੀ ਉਹ ਪਰਮਿਸ਼ਨ ਲੈ ਕੇ ਦਿਓ। ਵੱਖ-ਵੱਖ ਟਾਈਮ ਜਿਹੜਾ ਹੈ ਉਹ ਵਿਦਵਾਨਾਂ ਨੇ ਦਿੱਤਾ ਹੈ, ਪਰ ਮੁੱਖ ਟਾਈਮ ਇਹ ਮੰਨਦੇ ਕਿ 1:05 ਦੀ ਰਾਤ ਨੂੰ 2 ਵਜੇ ਇਹ ਟੈਂਕ ਅੰਦਰ ਲੈ ਕੇ ਜਾਂਦੇ ਆ। ਟੈਂਕ 2 ਕੰਮ ਕਰਦਾ, ਇਹਦੇ ਅੱਗੇ ਨਾ ਇੱਕ ਸਰਚ ਲਾਈਟ ਲੱਗੀ ਹੁੰਦੀ, ਉਹ ਸਰਚ ਲਾਈਟ ਨੇ ਇੱਕ ਤੇ ਜਿਹਨੇ ਟੈਂਕ ਲੈ ਕੇ ਜਾਣਾ ਉਹਨੂੰ ਰਾਹ ਦਿੰਦਾ ਤੇ ਦੂਜਾ ਅਗਲੇ ਬੰਦੇ ਨੂੰ ਅੰਨ੍ਹਿਆ ਕਰ ਦਿੰਦੀ। ਉਹ ਲਾਈਟ ਹੀ ਇੰਨੀ ਤਿੱਖੀ ਹੁੰਦੀ। ਸੰਗਤ ਜੀ, ਉਦੋਂ ਗੁਰੂ ਰਾਮਦਾਸ ਜੀ ਵੀ ਬੜੀ ਕਿਰਪਾ ਹੋਈ। ਜਿਹੜਾ ਤੁਸੀਂ ਜਦੋਂ ਅਸੀਂ ਲੰਗਰ ਛਕਦੇ ਆ ਨਾ, ਕਿਉਂਕਿ ਥੋੜਾ ਧਿਆਨ ਚ ਵੀ ਉਹ ਚੀਜ਼ਾਂ ਲੈ ਕੇ ਆਓ, ਤੇ ਉਹਦੇ ਇੱਕ ਪਿਛਲੇ ਪਾਸੇ ਵੀ ਗੇਟ ਹੈ, ਇੱਕ ਤੇ ਅੱਗੇ ਅਸੀਂ ਪੌੜੀਆਂ ਉਤਰਦੇ ਆ, ਉਹ ਗੇਟ ਅੱਜ ਕੱਲ ਤਾਂ ਵੈਸੇ ਬੜਾ ਸਿਸਟਮ ਚੇਂਜ ਹੋ ਗਿਆ, ਕਹਿੰਦੇ ਉਦੋਂ ਉਹ ਗੇਟ ਬੰਦ ਕੀਤਾ ਹੋਇਆ ਸੀ ਸਿੰਘਾਂ ਨੇ, ਤੇ ਕਮਾਲ ਦੀ ਗੱਲ ਇਹਨਾਂ ਨੇ ਜ਼ੋਰ ਲਾ ਲਿਆ ਸੀ ਉਹ ਗੇਟ ਵੀ ਨਾ ਖੁੱਲੇ। ਤੇ ਵਿਦਵਾਨ ਕਹਿੰਦੇ ਗੁਰੂ ਰਾਮਦਾਸ ਜੀ ਦੀਆਂ ਵੀ ਬੜੀਆਂ ਉੱਥੇ ਸ਼ਕਤੀਆਂ ਵਰਤੀਆਂ, ਤੇ ਉਹ ਬਾਅਦ ਵਿੱਚ ਟੈਂਕਾਂ ਦੇ ਨਾਲ ਇਹਨਾਂ ਨੇ ਗੇਟ ਤੋੜਿਆ, ਉੱਥੋਂ ਦੀ ਟੈਂਕ ਅੰਦਰ ਵਾੜੇ। 2 ਵਜੇ ਜਿਹੜੀ ਸਰਚ ਲਾਈਟ ਦੀ ਮੈਂ ਗੱਲ ਕੀਤੀ, ਉਹ ਸਰਚ ਲਾਈਟ ਹੀ ਨਹੀਂ ਇਹਨਾਂ ਦੀ ਚੱਲੀ। ਇਹ ਵੀ ਦੇਖੋ ਕੈਸੀ ਕਿਰਪਾ ਸੀ ਗੁਰੂ ਰਾਮਦਾਸ ਦੀ। ਉਹ ਫਿਰ ਹਨੇਰੇ 'ਚ ਕੋਈ ਇੰਨੀ ਗੱਲ ਨਾ ਬਣੀ, ਸਿੰਘਾਂ ਨੇ ਟੈਂਕ ਵੀ ਡਾਏ। ਫਿਰ ਇਹਨਾਂ ਨੇ ਸਵੇਰੇ ਜਦੋਂ ਪ੍ਰਕਾਸ਼ ਹੁੰਦਾ ਦਰਬਾਰ ਸਾਹਿਬ, ਇਹਨਾਂ ਨੇ ਆਸਾ ਕੀ ਬਾਤ ਦਾ ਜਦੋਂ ਕੀਰਤਨ ਹੁੰਦਾ, ਇਹ ਭਾਈ ਅਮਰੀਕ ਸਿੰਘ ਜੀ ਦੀ ਜਿਹੜੀ ਧਰਮ ਸੁਪਤਨੀ ਦੇ ਕਹਿਣ ਤੇ ਹੁਣ ਤੁਹਾਡੇ ਵਾਂਗ ਬਜ਼ੁਰਗ ਹੋ ਗਏ, ਕਹਿੰਦੇ ਇੱਕਦਮ ਸ਼ਾਂਤੀ, ਇੱਕਦਮ ਹੁਕਮਨਾਮਾ ਭਾਈ ਸਾਹਿਬ ਲੈ ਰਹੇ ਨੇ, ਨਾ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਕਿਸੇ ਨੂੰ ਪਰਿਕਰਮਾ 'ਚ ਸੰਗਤ ਬੈਠੀ ਹੋਈ ਆ। 5:10 ਤੇ ਇੰਦਰਾ ਗਾਂਧੀ ਨੂੰ ਫੋਨ ਜਾਂਦਾ ਹੈ ਕਿ ਫਿਰ ਇੱਕ ਵਾਰੀ ਹੁਕਮ ਦਿਓ। ਉਹ ਕਹਿੰਦੀ ਤੁਹਾਡਾ ਜੋ ਮਨ ਆਉਂਦਾ ਕਰੋ, ਮੈਨੂੰ ਸੰਤ ਸ਼ਹੀਦ ਜਾਂ ਮਤਲਬ ਉਹਨਾਂ ਨੂੰ ਫੜੋ ਜਿੱਦਾਂ ਵੀ ਹੁੰਦਾ। 5:21 ਤੇ ਫਿਰ ਟੈਂਕ ਦਰਬਾਰ ਸਾਹਿਬ ਵਾੜੇ ਜਾਂਦੇ। ਤਕਰੀਬਨ 12 ਟੈਂਕ ਅੰਦਰ ਵਾੜੇ ਸੀ, ਤਕਰੀਬਨ 12 ਟੈਂਕ। ਤੇ ਉਹਨਾਂ ਟੈਂਕਾਂ ਨੇ ਕਹਿੰਦੇ ਫਿਰ ਜਦੋਂ ਗੋਲੇ ਦਾਗੇ ਨਾ, ਤੇ ਤੁਹਾਨੂੰ ਪਤਾ ਸੰਗਤ ਜਦੋਂ ਆਮ ਗੋਲੀਆਂ ਚੱਲਣ ਤੇ ਉਹਨਾਂ ਦਾ ਕਿੰਨਾ ਸ਼ੋਰ ਸ਼ਰਾਬਾ ਹੁੰਦਾ, ਟੈਂਕਾਂ ਦੇ ਗੋਲਿਆਂ ਕਰਕੇ ਕਹਿੰਦੇ ਫਿਰ ਉੱਥੇ ਚੀਕ ਚਹਾੜਾ ਪਿਆ। ਜਿਹੜੇ ਰਾਗੀ ਸਿੰਘ ਕੀਰਤਨ ਕਰ ਰਹੇ ਸੀ, ਦੇਖੋ ਕਮਾਲ ਦੀ ਗੱਲ, ਉਹ ਰਾਗੀ ਸਿੰਘ ਕਹਿੰਦੇ ਕੀਰਤਨ ਕਰਕੇ ਵਿਚਾਰੇ ਜਦੋਂ ਬਾਹਰ ਆਏ ਤੇ ਜਿਹੜੇ ਅਸੀਂ ਹਰ ਕੀ ਪੌੜੀ ਤੋਂ ਮੱਥਾ ਟੇਕਣ ਅੰਦਰ ਜਾਂਦੇ ਆ, ਉੱਥੇ ਗੋਲਾ ਮਾਰਿਆ, ਉਹ ਸਾਰੀ ਸੰਗਤ ਵੀ ਔਰ ਰਾਗੀ ਸਿੰਘ ਕਹਿੰਦੇ ਉਹਨਾਂ ਦੇ ਚਿੱਥੜੇ ਉੱਡ ਗਏ, ਲੱਭਾ ਹੀ ਕੋਈ ਹੱਡੀ ਵੀ ਕੋਈ ਨਹੀਂ ਸੀ ਲੱਭੀ। ਕਹਿੰਦੇ ਉਹਨਾਂ ਦਾ ਕੀ ਕਸੂਰ ਸੀ, ਪਰ ਇਹਨਾਂ ਨੇ ਵੇਖਿਆ ਕੁਝ ਨਾ, ਜੋ ਕਾਬੂ ਆਇਆ ਬਸ ਮਾਰੀ ਜਾਨ। ਸੋ ਜਿਹੜੇ ਸ਼ਰਧਾਲੂ ਗਏ ਸੀ ਉਹਨਾਂ ਨੂੰ ਇਹਨਾਂ ਨੇ ਉਹਨਾਂ ਕਮਰਿਆਂ 'ਚ ਬੰਦ ਕੀਤੇ ਜਿੱਥੇ ਕੇਵਲ 10-10 15-15 ਜਾਣੇ ਰਹਿ ਸਕਦੇ ਸੀ। ਉਹ 'ਚ 60-60 ਇਹਨਾਂ ਨੇ ਅੰਦਰ ਜਿਹੜੇ ਧੱਕੇ ਨਾਲ ਨੌਜਵਾਨ ਬੱਚੇ ਬਾੜੇ, ਬੱਤੀ ਦੀ ਸਪਲਾਈ ਬੰਦ। ਇੰਨਾ ਹੁਮਸ ਅੰਦਰ ਹੋਇਆ ਕਿ ਜਦੋਂ ਉਹ ਦਰਵਾਜ਼ੇ 6 ਜੂਨ ਤੋਂ ਬਾਅਦ ਖੋਲੇ ਸੀ ਤੇ ਐਵੇਂ 1-2 ਜਾਣੇ ਸਹਿਕਦੇ ਸੀ, ਤੇ ਉਹ ਜਦੋਂ ਪਾਣੀ ਮੰਗਦੇ ਸੀ ਤੇ ਕਹਿੰਦੇ ਬੂਟ ਮਾਰ-ਮਾਰ ਕੇ ਉਹਨਾਂ ਦੇ ਮੂੰਹ 'ਚ ਬਾੜਿਆ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਇਹਨਾਂ ਦੀ ਬੜੀ ਦਰਿੰਦਗੀ ਹੋਈ। ਦੇਖੋ ਤੁਸੀਂ, ਚਲੋ ਮੈਂ ਇੰਨਾ ਲਮਕਾਣੀ ਨਹੀਂ ਗੱਲ, ਜਦੋਂ ਸਿੱਖ ਲੜਦੇ ਰਹੇ ਨਾ ਗੁਰੂ ਸਾਹਿਬਾਨ, ਉਦੋਂ ਭਾਈ ਕਨਈਏ ਵਰਗੇ ਨੂੰ ਪਾਣੀ ਤੇ ਮਲਮ ਪੱਟੀ ਦੇ ਕੇ ਕਿ ਲੈ ਚੱਲ, ਕਿਉਂਕਿ ਸਾਡੀ ਦੁਸ਼ਮਣੀ ਨਹੀਂ ਕਿਸੇ ਨਾਲ।
ਰਣਜੀਤ ਸਿੰਘ ਮਹਾਰਾਜੇ ਦੇ ਵੇਲੇ ਵੀ ਤੁਸੀਂ ਕਦੇ ਜੰਗਾਂ ਪੜ੍ਹੋ ਨਾ, ਤੇ ਜਦੋਂ ਕੋਈ ਉਹਨਾਂ ਦਾ ਮਰ ਜਾਣਾ, ਬਕਾਇਦਾ ਹਿੰਦੂ ਹੋਣਾ ਕਫਨ ਪਾਣਾ, ਮੁਸਲਮਾਨ ਹੋਣਾ ਕਬਰ 'ਚ ਨੱਪਣਾ, ਕਿਹਦੀ ਲੋਥ ਸਾਂਭੋ। ਜਦੋਂ ਸਿੱਖਾਂ ਦਾ ਇਤਿਹਾਸ ਪੜ੍ਹੋ, ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹੋ, ਤੇ ਜੇ ਖਿਦਰਾਣੇ ਦੀ ਢਾਬ ਹੁੰਦੀ ਨਾ, ਮਹਾਰਾਜ ਕਹਿੰਦੇ ਆਪਣੇ ਸਿੱਖਾਂ ਦੀ ਸਾਟੀ ਮਾਰ ਕੇ ਸੰਸਕਾਰ ਕਰ ਦਿਓ, ਜਿਹੜੇ ਉਹਨਾਂ ਦੇ ਮਰੇ ਉਹਨਾਂ ਨੂੰ ਉਹਨਾਂ ਦੀ ਮਰਿਆਦਾ ਦੇ ਅਨੁਸਾਰ ਜਿਹੜਾ ਹੈ ਉਹ ਕਬਰਾਂ ਦੇ ਵਿੱਚ ਜਿਵੇਂ ਦਫਨ ਕਰਦੇ ਉਵੇਂ ਕਰੋ। ਜਦੋਂ ਸਿੱਖਾਂ ਤੇ ਇੱਕ ਚਲੋ ਘਟਨਾ ਮੈਨੂੰ ਯਾਦ ਆਈ, ਰਣਜੀਤ ਸਿੰਘ ਦਿਆਲ ਨੇ ਇੱਕ ਗੱਲ ਕਹੀ, ਕਹਿੰਦਾ ਮੇਰੇ ਨਾਲ ਇਹ ਵਾਅਦਾ ਕੀਤਾ ਗਿਆ, ਕਿਉਂਕਿ ਸਾਰੇ ਸਰਦਾਰ ਹੀ ਨੇ ਜਿਹੜੇ ਅੱਗੇ ਲਾਏ। 1962 ਦੇ ਵਿੱਚ ਕਹਿੰਦੇ ਜਦੋਂ ਜੰਗ ਲੱਗੀ ਨਾ, ਤੇ ਉੱਥੇ ਮੈਂ ਹਾਜ਼ਰ ਸੀ, ਉੱਥੇ ਵੀ ਮੈਂ ਆਫੀਸਰ ਸੀ। ਕਹਿੰਦੇ ਸਾਡੇ ਕੋਲੋਂ ਭੁਲੇਖੇ ਨਾਲ ਇੱਕ ਗਾਂ ਦੇ ਗੋਲੀ ਵੱਜ ਗਈ, ਇਹ ਉਹਦੀ ਲਿਖਤ ਹੈ, ਸਰਕਾਰੀ ਅੱਤਵਾਦ ਦੀ ਕਿਤਾਬ ਦਾ ਨਾਮ ਹੈ। ਸਾਡੇ ਕੋਲੋਂ ਕਹਿੰਦੇ ਇੱਕ ਗਾਂ ਦੇ ਗੋਲੀ ਵੱਜੀ, ਵਰਦੀਆਂ ਗੋਲੀਆਂ 'ਚ, 1962 ਦੇ ਜੰਗ ਦੀ ਗੱਲ। ਕਹਿੰਦੇ ਸਾਡੇ ਨੌਜਵਾਨਾਂ ਨੇ ਪਹਿਲਾਂ ਉਸ ਗਾਂ ਨੂੰ ਸਾਂਭਿਆ ਜਾ ਕੇ, ਕਿ ਕਿਸੇ ਨੂੰ ਕਿਸੇ ਦੇ ਧਰਮ ਦਾ ਇੱਕ ਮੰਨਿਆ ਜਾਂਦਾ ਨਾ, ਜਿਵੇਂ ਕਹਿੰਦੇ ਕਿ ਮੈਨੂੰ ਇਹ ਹੈਰਾਨੀ ਸੀ ਕਿ ਉਸ ਜੰਗ 'ਚ ਇੱਕ ਗਾਂ ਦੇ ਗੋਲੀ ਵੱਜੀ ਤੇ ਨੌਜਵਾਨ ਉਹਨੂੰ ਸਾਂਭਦੇ ਪਏ ਜਾ ਕੇ। ਇੱਥੇ ਕਹਿੰਦੇ 3-3 ਸਾਲ ਦੇ ਬੱਚਿਆਂ ਨੂੰ ਫੜ ਕੇ ਕੰਧਾਂ 'ਚ ਮਾਰ ਕੇ ਇਹਨਾਂ ਨੇ ਮਾਰਤਾ। ਇਹ ਇਨਸਾਨੀਅਤ ਤੋਂ ਥੱਲੇ ਡਿੱਗ ਕੇ ਜਿਹੜਾ ਸੀ ਨਾ, ਦਰਬਾਰ ਸਾਹਿਬ ਦੇ ਉੱਤੇ ਹਮਲੇ ਤੇ ਸੰਗਤਾਂ ਦੇ ਉੱਤੇ ਹਮਲੇ ਕੀਤੇ ਗਏ। ਇਹ ਇਸ਼ਾਰਾ ਇੱਕ ਤੁਹਾਨੂੰ ਦਿੱਤਾ। ਆਖਿਰਕਾਰ ਸਾਧ ਸੰਗਤ ਜੀ, ਜਦੋਂ ਸਿੱਖ ਬਹੁਤ ਚੜ੍ਹਾਈ ਕਰਨ ਲੱਗੇ, ਨੌਜਵਾਨ ਚੜ੍ਹਾਈ ਕਰਨ ਲੱਗੇ, ਜਿਹੜੇ 1 ਤਰੀਕ ਨੂੰ ਸਿੰਘ ਸ਼ਹੀਦ ਹੋਏ, ਉਹਨਾਂ ਦਾ 2 ਤਰੀਕ ਨੂੰ ਕਹਿੰਦੇ ਸੰਸਕਾਰ ਫਿਰ ਸੰਤਾਂ ਨੇ ਕਰਤਾ ਸੀ, ਕਿਉਂਕਿ ਉਦੋਂ ਥੋੜਾ ਜਿਹਾ ਸਮਾਂ ਮਿਲਿਆ। ਜਦੋਂ ਹੁਣ ਸੰਤਾਂ ਨੇ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, ਹੋਰ ਸਿੱਖ ਤੇ ਜਨਰਲ ਸ਼ੁਬੇਗ ਸਿੰਘ ਜੀ ਵੀ ਇਹ 12 ਵਜੇ ਜਿਹੜਾ ਹੈ ਉਹ ਚੜ੍ਹਾਈ ਕਰ ਜਾਂਦੇ ਸੰਤਾਂ ਨੂੰ ਮਿਲਣ ਤੋਂ ਬਾਅਦ। ਇਹਨਾਂ ਦੀ ਲਾਸ਼ ਦੇ ਨਾਲ ਇਹਨਾਂ ਨੇ ਰੱਸੇ, ਤੁਸੀਂ ਅੱਜ ਵੀ ਕਦੇ ਵੇਖਿਓ ਫੋਟੋਆਂ ਜਿਹੜੀਆਂ ਨੇ, ਰੱਸੇ ਪਾਏ ਹੋਏ ਨੇ ਬਾਹਾਂ ਤੇ ਜਿਹੜਾ ਹੈ ਉਹ ਪੈਰਾਂ ਤੇ। ਉਹ ਕਹਿੰਦੇ ਕਿ ਇਹ ਦੱਸਦੇ ਆ ਕਿ ਇਹਨਾਂ ਨੇ ਉਹਨਾਂ ਦੀ ਲਾਸ਼ ਨਾਲ ਇੰਨਾ ਅਤਿਆਚਾਰ ਕੀਤਾ ਕਿ ਇਹਨੂੰ ਲਓ, ਇਹਨੇ ਜਿਹੜਾ ਹੈ ਉਹ ਸਾਰਾ ਇਹਨਾਂ ਨੂੰ ਦੱਸਿਆ ਕਿ ਕਿਵੇਂ ਜੰਗਾਂ ਲੜਨੀਆਂ ਨੇ। ਸੋ ਅੱਗੇ ਫਿਰ ਸੰਤ ਜੀ ਨੇ ਇੱਕ ਗੱਲ ਕਹੀ ਸੀ ਜਨਰਲ ਸ਼ੁਬੇਗ ਸਿੰਘ ਨੂੰ ਕਿ ਤੁਸੀਂ ਚਲੋ ਗੁਰੂ ਸਾਹਿਬ ਜੀ ਕੋਲ, ਅਸੀਂ ਵੀ ਤੁਹਾਡੇ ਮਗਰੇ ਆਉਂਦੇ ਹਾਂ। ਸੋ ਸੰਗਤ ਜੀ, ਜਦੋਂ ਟੈਂਕਾਂ ਦੇ ਗੋਲੇ ਦਾਗੇ ਜਾ ਰਹੇ, ਫਿਰ ਸੰਤਾਂ ਨੇ ਕਿਹਾ ਹੁਣ ਆਪਾਂ ਸਾਹਮਣੇ ਹੋ ਕੇ ਲੜੀਏ। 6 ਤਰੀਕ ਨੂੰ ਸਵੇਰੇ 9 ਤੋਂ 10 ਵਜੇ ਦਾ ਟਾਈਮ ਮੰਨਿਆ ਜਾਂਦਾ। ਸੰਤ ਜੀ ਫਿਰ ਜਕਾਰੇ ਛੱਡਦੇ, ਭਾਈ ਅਮਰੀਕ ਸਿੰਘ ਉਹਨਾਂ ਦੇ ਨਾਲ ਹੋਰ ਸਿੱਖ ਨੇ। ਇਹ ਜਿੱਥੇ 2 ਨਿਸ਼ਾਨ ਸਾਹਿਬ ਹੈ ਨਾ, ਇੱਥੇ ਆਏ ਸੰਤ ਜੀ, ਤੇ ਅੱਗੇ ਉਹਨਾਂ ਨੇ ਤੋਪਾਂ ਜਿਹੜੇ ਨੇ ਆਰਟੀਨੈਸ, ਜਿਹੜੇ ਤੁਹਾਨੂੰ ਦੱਸਿਆ, ਜੀਪਾਂ ਦੇ ਉੱਤੇ ਵੱਡੇ ਵੱਡੇ ਗੋਲੇ ਖਿਲਾਰੇ ਹੁੰਦੇ, ਹੋਰ ਵੱਡੀਆਂ। ਇੱਕ ਚੀਜ਼ ਹੋਰ ਸੁਣਿਓ, ਇੱਕ ਗੈਸ CS ਗੈਸ ਹੈ, ਕਹਿੰਦੇ ਪੂਰੇ ਵਰਲਡ ਦੇ ਵਿੱਚ ਇਹਨੂੰ ਜਿਹੜਾ ਹੈ ਵਰਤਨ 'ਚ ਮਨਾਹੀ ਆ, ਉਹ ਵੀ ਗੈਸ ਇਹਨਾਂ ਨੇ ਦਰਬਾਰ ਸਾਹਿਬ ਵਰਤੀ। ਮਤਲਬ ਹਰ ਇਹਨਾਂ ਨੇ ਉਹ ਕਰਮ ਕੀਤਾ ਕਿ ਇਹ ਨਿਕਲ ਜਿਹੜੀਆਂ ਸੁਰੰਗਾਂ 'ਚ ਵੜੇ ਆ ਤੇ ਇਹਨਾਂ ਨੂੰ ਅਸੀਂ ਬਾਹਰ ਕੱਢ ਕੇ ਮਾਰੀਏ। ਉੱਥੇ ਵੀ ਗੁਰੂ ਰਾਮਦਾਸ ਦੀ ਇੰਨੀ ਕਿਰਪਾ ਹੋਈ, ਜਿਵੇਂ ਮੰਨ ਲਓ ਇੱਕ, ਮੈਂ ਕਹਿੰਦਾ ਇਤਿਹਾਸ ਆਪਣੇ ਆਪ ਨੂੰ ਵੇਖੋ ਕਿਵੇਂ ਦੁਹਰਾਉਂਦਾ। ਇਹ ਮੇਦਨੀ ਪ੍ਰਕਾਸ਼ ਕਹਿੰਦਾ ਹਾਥੀ ਨੂੰ ਸ਼ਰਾਬ ਪਿਲਾ ਕੇ ਤੇ ਭੇਜੋ ਆਨੰਦਗੜ੍ਹ ਦੇ ਕਿਲੇ ਤੇ ਮਸਤੇ ਹਾਥੀ ਦੇ ਬਚਿੱਤਰ ਸਿੰਘ ਨੇ ਇਹੋ ਜੀ ਨਾਗਣੀ ਮਾਰੀ ਕਿ ਉਹ ਹਾਥੀ ਨੇ ਉਹਨਾਂ ਦੀਆਂ ਫੌਜਾਂ ਦਾ ਹੀ ਵੱਧ ਨੁਕਸਾਨ ਕੀਤਾ ਜਦੋਂ ਪਿੱਛੇ ਨੂੰ ਦੌੜਿਆ। ਇਸੇ ਤਰ੍ਹਾਂ CS ਗੈਸ ਇਸ ਕਰਕੇ ਸੁੱਟੀ ਗਈ ਕਿ ਇਹਨਾਂ ਗੈਸ ਨਾਲ ਬੇਹੋਸ਼ ਹੋਣਗੇ, ਮਰਨਗੇ ਤੜਪ ਕੇ। ਕਹਿੰਦੇ ਗੁਰੂ ਰਾਮਦਾਸ ਜੀ ਦੀ ਕਿਰਪਾ ਵੇਖੋ, ਹਵਾ ਦਾ ਰੁਖ ਫੌਜਾਂ ਵੱਲ ਹੋਇਆ, ਗੈਸਾਂ ਦੇ ਗੋਲੇ ਅੰਦਰ ਮਾਰਦੇ ਸੀ ਤੇ ਬਹੁਤਾ ਨੁਕਸਾਨ ਇਹਨਾਂ ਦਾ ਹੀ ਆਪਣਾ ਆਇਆ, ਸਿੰਘਾਂ ਦਾ ਵਿਗੜਿਆ ਕੁਝ ਨਹੀਂ। ਇਹ ਸੱਚ ਹੈ। ਜੇ ਤੁਸੀਂ ਕਹੋ ਨਾ ਕਿ ਕੱਲੀਆਂ ਗੋਲੀਆਂ ਨਾਲ ਕਿ 6 ਦਿਨ ਵੱਡੀ ਹਿੰਦੁਸਤਾਨ ਦੀ ਆਰਮੀ ਨੂੰ ਵੱਡੇ ਮੰਨਿਆ ਜਾਂਦਾ ਹੈ, ਵੱਡੇ ਪ੍ਰਦੇਸ਼ਾਂ ਤੱਕ ਇਹਨਾਂ ਨੂੰ ਲੈ ਕੇ ਜਾਂਦੇ, ਇਹ ਕਿਰਪਾ ਸੀ ਗੁਰੂ ਨਾਨਕ ਪਿਤਾ ਜੀ, ਗੁਰੂ ਰਾਮਦਾਸ ਜੀ ਦੀ, ਜਿਸ ਕਿਰਪਾ ਨਾਲ 6 ਦਿਨ ਇਸ ਹਿੰਦੁਸਤਾਨੀ ਫੌਜ ਨੂੰ ਜਿਹੜਾ ਸੀ ਉਹ ਨੱਕ 'ਚ ਨੱਥਾਂ ਸਿੱਖਾਂ ਨੇ ਪਾ ਕੇ ਰੱਖਦੀਆਂ। ਇਹ ਉਹਨਾਂ ਦੀਆਂ ਗੋਲੀਆਂ ਨਾਲ ਜਾਂ ਸਾਡੀਆਂ ਚਲਾਕੀਆਂ ਨਾਲ, ਇਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਭ ਕੁਝ ਹੋਇਆ। ਉਹ ਜਿਨ੍ਹਾਂ ਨੂੰ ਕਹਿ ਲਓ ਕਿ ਜਿਨ੍ਹਾਂ ਨੇ ਕਦੇ ਹੱਥਾਂ 'ਚ ਰਫਲਾਂ ਵੀ ਨਹੀਂ ਸੀ ਪੜੀਆਂ, ਕਹਿੰਦੇ ਇੱਕ ਪਾਸੇ ਉਹ ਸੀ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਵੱਡੇ ਲਿਫਾਫੇ ਮਿਲਨੇ ਸੀ, ਜਿਹੜੇ ਅੰਦਰ ਸੀ ਉਹ ਤੇ ਪਿਆਰ 'ਚ ਹੀ ਮਾਰ ਰਹੇ ਸੀ। ਉਹਨਾਂ ਨੂੰ ਕਿਹੜੀਆਂ ਤਨਖਾਹਾਂ ਮਿਲਦੀਆਂ ਸੀ, ਕਿਹੜੀਆਂ ਪੈਨਸ਼ਨਾਂ ਲੱਗਣੀਆਂ ਸੀ, ਪਰ ਉਹ ਕਿਰਪਾ ਬਸ ਗੁਰੂ ਰਾਮਦਾਸ ਜੀ ਦੀ ਉੱਥੇ ਵਰਤੀ ਜੀ। ਸੰਗਤ ਜੀ, ਸੰਤ ਉੱਥੇ ਫਿਰ ਇਹਨਾਂ ਦੇ ਜਦੋਂ ਬਾਹਰ ਆਏ, ਇਹਨਾਂ ਨੇ
ਚਲਾਈਆਂ ਗੋਲੀਆਂ ਬਹੁਤ ਜ਼ਿਆਦਾ। ਆਖਿਰਕਾਰ ਉੱਥੇ ਫਿਰ ਸੰਗਤਾਂ ਦੇ ਜਿਹੜੀ ਲਾਸ਼ ਹੈ ਬੋਡੀ ਉਹਦੀ ਸ਼ਨਾਖਤ ਕਰਨ ਲਈ ਇਹਨਾਂ ਦੇ ਭਰਾ ਜੀ ਨੂੰ ਉੱਥੋਂ ਸੱਦਿਆ ਗਿਆ। ਹੋਰ ਬੜਾ ਕੁਝ ਹੋਇਆ ਤੇ ਫਿਰ ਬਾਅਦ ਵਿੱਚ ਟੀਵੀਆਂ ਤੇ ਚਲਾ ਦਿੱਤਾ ਕਿ ਸੰਤਾਂ ਦਾ ਜਿਹੜਾ ਹੈ ਉਹ ਸ਼ਬ ਮਿਲ ਚੁੱਕਿਆ। ਆਖਿਰਕਾਰ ਉਸ ਸਮੇਂ ਜਿਹੜੀ ਸਿੱਖ ਰੈਜੀਮੈਂਟਾਂ ਨੂੰ ਪਤਾ ਲੱਗਾ ਉਹ ਵੀ ਭਗੌੜੇ ਬਹੁਤ ਕੁਝ ਚੜਾ ਚੱਲਿਆ ਸੀ। ਕਹਿੰਦੇ 2 ਦਿਨ ਕਿਤੇ ਹੋਰ ਲੜਾਈ ਰਹਿ ਜਾਂਦੀ ਨਾ ਤੇ ਜਿੱਦਾਂ ਫੌਜਾਂ ਭਗੌੜੀਆਂ ਹੋ ਚੁੱਕੀਆਂ ਸੀ ਸਿੱਖ ਰੈਜੀਮੈਂਟਾਂ ਤੇ, ਜਦੋਂ ਕਿਉਂਕਿ ਅੱਗੋਂ ਸਿੱਖਾਂ ਦਾ ਹਮਲਾ ਸੀ, ਪਿੱਛੋਂ ਉਹਨਾਂ ਫੌਜਾਂ ਨੇ ਆ ਕੇ ਫਿਰ ਬਹੁਤ ਜਿਹੜਾ ਸੀ ਸਿਸਟਮ ਹੋਰ ਪਾਸੇ ਜਾਣਾ ਸੀ। ਮੈਂ ਇਸ ਵਿਸ਼ੇ ਨੂੰ ਸੰਕੋਚਤਾ ਥੋੜਾ ਜਿਹਾ, ਕਿਉਂਕਿ ਅਗਲੀਆਂ 3 ਘਟਨਾਵਾਂ ਜਦੋਂ ਪੜ੍ਹਦੇ ਸੁਣਦੇ ਆ ਨਾ ਲੂਹ ਕੰਡੇ ਖੜੇ ਹੁੰਦੇ ਆ। ਦਰਬਾਰ ਸਾਹਿਬ ਦੇ ਅੰਦਰ 4 ਤਰੀਕ ਨੂੰ ਕਹਿੰਦੇ ਗੁਰਚਰਨ ਸਿੰਘ ਜੀ ਟੋਰਾ ਅੰਦਰ ਜਾਂਦੇ ਆ ਤੇ ਜਿਹੜਾ ਹਰਮੰਦਰ ਸਾਹਿਬ ਹੈ ਉੱਥੇ ਰੁਕਦੇ। ਘਟਨਾ ਹੈ ਇੱਕ ਤੇ ਉੱਥੇ ਨਾ ਕੁਝ ਹੋਰ ਸੰਗਤਾਂ ਹੁੰਦੀਆਂ ਤੇ ਸੰਗਤਾਂ ਨੂੰ ਆਖਿਰਕਾਰ ਬਜ਼ੁਰਗਾਂ ਨੂੰ ਨਾ ਪਿਆਸ ਲੱਗਦੀ ਤੇ ਇੱਕ ਨੌਜਵਾਨ ਉੱਥੇ ਜਿਹੜਾ ਉਹਨਾਂ ਦਾ ਆਰਮੀ ਦਾ ਉਹਨੂੰ ਕਹਿੰਦੀਆਂ ਕਿ ਥੋੜਾ ਪਾਣੀ ਪਿਲਾ ਦੇ, ਤੇਰਾ ਭਲਾ ਹੋਵੇ, ਲਾਗੇ ਸਰੋਵਰ ਆ ਉੱਥੋਂ ਪਾਣੀ ਲਿਆ ਦੇ। ਕਹਿੰਦੇ ਇਹ ਸੈਨਿਕ ਜਿਹੜਾ ਪਾਣੀ ਲੈ ਕੇ ਆਂਦਾ ਤੇ ਬੜਾ ਕਹਿ ਲੋ ਕਿ ਜਿਵੇਂ ਵਾਸਤਾ ਜੀ ਨਹੀਂ ਪਾਉਂਦੀ ਹੁੰਦੀ ਸੰਗਤ, ਇਵੇਂ ਕਹਿੰਦੇ ਕਿ ਤੈਨੂੰ ਗੁਰੂ ਰਾਮਦਾਸ ਏਦਾਂ ਉਦਾਂ ਕਿ ਤੂੰ ਸਾਡੇ ਲਈ ਪਾਣੀ ਲੈ ਕੇ ਆ। ਇਹ ਕੁਝ ਨਹੀਂ ਸੁਣਦਾ, ਉਸ ਪਾਣੀ ਵਿੱਚ ਆਪਣੇ ਕੋਲੋਂ ਤੰਬਾਕੂ ਕੱਢਦਾ, ਜਿਹੜੀਆਂ ਬੀੜੀਆਂ ਸਿਗਰਟਾਂ ਪੀਂਦੇ ਉਹਨੂੰ ਘੋਲ ਕੇ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਹੈ, ਛਕ ਲਓ। ਗੁਰਚਰਨ ਸਿੰਘ ਟੋਰੇ ਨੇ ਇੱਕ ਗੱਲ ਕਹੀ, ਇਹ ਗੁਰੂ ਰਾਮਦਾਸ ਜੀ ਦਾ ਘਰ ਹੈ। ਇੱਕ ਤੇ ਤੂੰ ਜਿਹੜਾ ਤੁਸੀਂ ਬੂਟ ਪਾ ਕੇ ਅੰਦਰ ਆ ਰਹੇ ਹੋ ਤੇ ਦੂਜਾ ਤੁਸੀਂ ਇਹ ਘਲੋਣਾ ਕੰਮ ਕਰਦੇ ਹੋ। ਸੰਗਤ ਜੀ ਕਹਿੰਦੇ ਗੋਲੀਆਂ ਨਹੀਂ ਮਾਰੀਆਂ, ਪੁੱਠਾ ਪਾਸਾ ਹੁੰਦਾ ਨਾ ਜਿਹੜਾ ਬੰਦੂਕ ਦਾ, ਇਹਦੇ ਮਾਰ ਕੇ ਇੱਕ ਗੱਲ ਕਹੀ ਸੀ, ਕਹਿੰਦਾ ਉਹ ਬੁੱਢਿਆ ਗੱਲ ਸੁਣ, ਇੱਥੇ ਰਾਜ ਕਰੇਗਾ ਖਾਲਸਾ ਨਹੀਂ, ਇੱਥੇ ਰਾਜ ਕਰੇਗਾ ਡੋਗਰਾ, ਲਿਖ ਕੇ ਜਾਵਾਂਗੇ ਅਸੀਂ। ਇਹ ਲਿਖੀਆਂ ਗੱਲਾਂ ਨੇ ਕਿ ਕਿੰਨੀ ਕਮੀਨਗੀ ਦੇ ਨਾਲ ਇਹ ਸਾਡੇ ਤੇ ਅਤਿਆਚਾਰ ਕਰਨਾ ਹੈ। ਇਹ ਇੱਕ ਘਟਨਾ ਦਰਬਾਰ ਸਾਹਿਬ ਦੇ ਅੰਦਰ ਦੀ ਆ। ਦੂਜੀ ਘਟਨਾ ਜਿਹੜੀ ਸੀ, ਕਹਿੰਦੇ ਇੱਕ ਮਾਂ ਆਪਣੇ ਪੁੱਤ ਨੂੰ ਲੈ ਕੇ ਨਾ 2-3 ਸਾਲ ਦੇ ਨੂੰ ਕਹਿੰਦਾ ਮੈਨੂੰ ਪਿਆਸ ਲੱਗੀ ਤੇ ਦੌੜੀ ਗਈ ਜਦੋਂ ਤੇ ਦਰਬਾਰ ਸਾਹਿਬ ਦੇ ਕੋਲੋਂ ਬੁੱਕ ਲੈ ਕੇ ਪਿਲਾਉਣ ਲੱਗੀ ਪਾਣੀ ਦਾ ਤੇ ਹੱਥ ਦੇ ਵਿੱਚ ਲਹੂ ਆਇਆ ਤੇ ਉਹਨੇ ਇੱਕ ਗੱਲ ਕਹੀ, ਪੁੱਤ ਮੈਂ ਤੈਨੂੰ ਸਰੋਵਰ ਦਾ ਜਲ ਪਿਲਾ ਸਕਦੀ ਪਰ ਸ਼ਹੀਦਾਂ ਦਾ ਖੂਨ ਨਹੀਂ ਪਿਲਾ ਸਕਦੀ, ਕਿਉਂਕਿ ਸਾਰਾ ਤੇ ਸਰੋਵਰ ਹੀ ਲੱਤ-ਪੱਤ ਹੋਇਆ। ਉਹ ਬੱਚਾ ਮਾਂ ਦੀ ਗੋਦ ਵਿੱਚ ਪਾਣੀ ਖੁਣੋਂ ਸਹਿਕਦਾ ਹੋਇਆ, ਉਹ ਵੀ ਚੜ੍ਹਾਈ ਕਰ ਗਿਆ। ਇੱਕ ਘਟਨਾ ਕਹਿੰਦੇ ਇਦਾਂ ਵਾ ਕਿ ਇਹ ਅਜਮੇਰ ਸਿੰਘ ਜੀ ਲਿਖਦੇ ਆ 20ਵੀਂ ਸਦੀ ਦੇ ਇਤਿਹਾਸ ਕਿਤਾਬ ਦੇ ਅੰਦਰ, ਕਹਿੰਦੇ ਇੱਕ ਮਾਂ ਦੇ ਗੋਲੀ ਵੱਜੀ ਆ ਤੇ ਉਹਦੀ ਲਾਸ਼ ਕੋਲ ਇੱਕ ਬੱਚਾ ਰੋ ਰਿਹਾ, ਉਹ ਤੋਤਲਾ ਹੈ ਅਜੇ ਵਿਚਾਰਾ, ਉਹ ਬੱਚਾ ਰੋ ਰਿਹਾ ਆਪਣੀ ਮਾਂ ਦੇ ਕੋਲ ਬਹਿ ਕੇ। ਇੰਨੇ ਕਰਦੇ ਨੂੰ ਇੱਕ ਫੌਜੀ ਆਇਆ, ਉਹਨੇ ਕੀ ਕੀਤਾ, ਉਸ ਬੱਚੇ ਦੀਆਂ ਲੱਤਾਂ ਤੋਂ ਫੜਿਆ। ਇਹ ਲਿਖਤੀ ਬਸ ਕੁਝ ਘਟਨਾਵਾਂ ਨੇ ਤੇ ਏਡੀ ਜ਼ੋਰ ਦੀ ਕੰਧ ਤੇ ਮਾਰ ਕੇ ਜਦੋਂ ਬੱਚਾ ਮਰ ਗਿਆ ਤੇ ਮਾਂ ਦੀ ਲਾਸ਼ ਤੇ ਸੁੱਟ ਕੇ ਕਹਿੰਦਾ ਤੂੰ ਵੀ ਕੱਲ ਨੂੰ ਖਾਲਿਸਤਾਨ ਦੀ ਗੱਲ ਕਰਨੀ ਸੀ। ਵੇਖੋ ਜਿਹੜਾ ਬੱਚਾ ਅਜੇ ਜਿਹਦੇ ਦੰਦ ਨਹੀਂ ਆਏ, ਮਾਂ ਅੱਗੇ ਬਹਿ ਕੇ ਰੋ ਰਿਹਾ। ਇਹਨਾਂ ਨੇ ਉਹਨਾਂ ਬੱਚਿਆਂ, ਉਹ ਬੱਚੇ ਅੱਤਵਾਦੀ ਸੀ ਤੁਸੀਂ ਦੱਸੋ, ਉਹ ਬੀਬੀਆਂ, ਉਹ ਸੰਗਤ ਜਿਹੜੀ ਗਈ, ਉਹ ਇਹ ਬਹੁਤ ਕੁਝ ਸੰਗਤ ਜੀ ਤੁਸੀਂ ਕਦੇ ਫਿਰ ਬੇਨਤੀ ਹੈ ਇਹਨਾਂ ਦਿਨਾਂ ਨੂੰ, ਕਾਲੇ ਦਿਨਾਂ ਨੂੰ ਆਪਾਂ ਹਮੇਸ਼ਾ ਯਾਦ ਰੱਖੀਏ। ਕਦੇ ਵੀ ਇਹਨੂੰ ਸਾਕਾ ਨਾ ਕਹੋ, ਬਲੂ ਸਟਾਰ ਨਾ ਕਹੋ, ਕਿਉਂਕਿ ਸਰਕਾਰਾਂ ਦੇ ਨਾਮ ਦਿੱਤੇ ਹੋਏ ਨੇ। ਇਹ ਸਾਡੇ ਲਈ ਘੱਲੂਘਾਰਾ ਸੀ, ਜਿਹਦੇ ਅਰਥ ਹੁੰਦੇ ਨੇ ਕਿਸੇ ਕੌਮ ਨੂੰ ਜੜ ਤੋਂ ਪੱਟ ਕੇ ਰੱਖ ਦੇਣਾ, ਉਹਨੂੰ ਉਹਦਾ ਸਰਬਨਾਸ਼ ਕਰਨ ਦੇ ਇਰਾਦੇ ਦੇ ਨਾਲ ਜਿਹੜੇ ਉਹ ਹਮਲੇ ਕੀਤੇ ਜਾਣੇ। ਸੋ ਇਹ ਜਿਹੜੀਆਂ ਗੱਲਾਂ ਦਰਬਾਰ ਸਾਹਿਬ ਦੇ ਅੰਦਰ ਹੋਈਆਂ, ਫਿਰ ਜਿੰਨੀਆਂ ਵੀ ਅੰਦਰ ਲਾਸ਼ਾਂ ਸੀ ਨਾ ਸਿੱਖਾਂ ਦੀਆਂ, ਸੰਤਾਂ ਦੀਆਂ, ਹੋਰਾਂ ਦੀਆਂ, ਉਹ ਅੰਮ੍ਰਿਤਸਰ ਦੇ ਲੋਕਾਂ ਨੇ ਲਾਸ਼ਾਂ ਚੁੱਕਣ ਤੋਂ ਮਨਾ ਕਰਤਾ ਤੇ ਜਿਹੜੇ ਗੰਦ ਕੂੜੇ ਚੁੱਕਣ ਵਾਲਾ ਇੱਕ ਮਹਿਕਮਾ ਹੁੰਦਾ ਨਾ, ਇਹਨਾਂ ਨੇ ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਵੀ ਮਨਾ ਕਰਤਾ। ਬਾਅਦ ਵਿੱਚ ਫਿਰ ਇਹਨਾਂ ਨੇ 3 ਗੱਲਾਂ ਉਹਨਾਂ ਦੇ ਅੱਗੇ ਰੱਖੀਆਂ। ਇੱਕ ਤੇ ਰੱਜ ਕੇ ਇਹਨਾਂ ਨੂੰ ਸ਼ਰਾਬ ਪਿਲਾਈ, ਦੂਜਾ ਕਿਹਾ ਜੇ ਆਖੇ ਲੱਗੇ ਤੁਹਾਡਾ ਵੀ ਇਹੀ ਹਾਲ ਕਰਾਂਗੇ, ਤੀਜਾ ਕਿਹਾ ਕਿ ਜੋ ਤੁਹਾਨੂੰ ਮਿਲੇ, ਜਦੋਂ ਇਹਨਾਂ ਦੀਆਂ ਲਾਸ਼ਾਂ ਤੁਸੀਂ ਚੁੱਕ ਕੇ ਸੁੱਟੋ ਨਾ, ਜੋ ਤੁਹਾਨੂੰ ਮਿਲੇ ਉਹ ਤੁਹਾਡਾ। ਤੇ ਇਹ ਸੁਣਿਓ ਹੁਣ ਆ ਪਿਛਲੇ ਦਿਨੀ ਜਦੋਂ ਟ੍ਰੇਨ ਪਲਟੀ ਉੜੀਸਾ 'ਚ, ਉਹ ਵੀ ਇੱਕ ਵੀਡੀਓ ਵਾਇਰਲ ਹੋਈ। ਉਹਨਾਂ ਜਿੱਦਾਂ ਜਿਹੜੇ ਲਾਸ਼ਾਂ ਸੀ ਨਾ ਉਹ ਚੁੱਕ ਕੇ ਸੁੱਟਿਆ ਤੇ ਜਿੱਦਾਂ ਕੋਈ ਬੋਰੀਆਂ ਨਹੀਂ ਸੁੱਟੀ ਦੀਆਂ, ਤੇ ਕਹਿੰਦੇ ਵੇਖੋ ਇਹ ਕਿੰਨੀ ਮਾੜੀ ਮਾਨਸਿਕਤਾ ਵਾ ਕਿ ਤੁਸੀਂ ਘੱਟੋ ਘੱਟ ਦੀਆਂ ਲਾਸ਼ਾਂ ਨੂੰ ਤੇ ਥੋੜਾ ਸਤਿਕਾਰ ਦਿਓ ਨਾ। ਇਦਾਂ ਹੀ ਇਹਨਾਂ ਨੇ ਕੀਤਾ 84 'ਚ।
84 ਵਿੱਚ ਜਦੋਂ ਸਿੱਖਾਂ ਦੀਆਂ ਸ਼ਹੀਦਾਂ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਲਾਸ਼ਾਂ ਨੂੰ ਕਹਿੰਦੇ ਇਹਨਾਂ ਨੇ ਪਾਇਆ ਨਾ ਟਰੱਕਾਂ 'ਚ, ਕਿਸੇ ਦਾ ਸਿਰ ਲਮਕਦਾ ਸੀ, ਕਿਸੇ ਦੀਆਂ ਬਾਹਾਂ ਲਮਕਦੀਆਂ ਸੀ, ਕਿਸੇ ਦੀਆਂ ਲੱਤਾਂ ਲਮਕਦੀਆਂ ਸੀ, ਤੇ ਰਗੜੋ ਤੇ ਜਿੱਥੇ ਦਾ ਸੰਸਕਾਰ ਕਰਨਾ ਸੀ ਕਹਿੰਦੇ ਰਗੜਾਉਂਦੇ ਗਏ ਸੀ ਇਹਨਾਂ ਨੇ ਚੱਜ ਨਾਲ, ਉਹ ਵੀ ਨਹੀਂ ਸੀ ਜਿਹੜੀਆਂ ਟਰੱਕਾਂ ਦੇ ਵਿੱਚ ਰੱਖੀਆਂ। ਕੀ ਕੁਝ ਤੁਹਾਨੂੰ ਦੱਸੀਏ, ਚਾਰੇ ਪਾਸਿਆਂ ਤੋਂ ਧੂਏ ਨਿਕਲਦੇ ਸੀ। ਤੇ ਇਹਨਾਂ ਨੇ ਫਿਰ ਬੜੀ ਕਿ ਉਹ ਇੰਦਰਾ ਤੇ ਆਉਣ ਤੋਂ ਪਹਿਲਾਂ ਸਿੱਖਾਂ ਭੜਕਣਾ ਜਾਣ, ਖੂਨ ਧੋਣੇ ਸ਼ੁਰੂ ਕੀਤੇ। ਜੈ ਸਿੰਘ ਬਾਅਦ ਮੱਥਾ ਟੇਕਣ ਆਇਆ, ਫਿਰ ਇੰਦਰਾ ਨੇ ਕਿਹਾ ਅਕਾਲ ਤਖਤ ਬਣਾ ਦਿਓ, ਜੇ ਨਾ ਬਣਿਆ ਤੇ ਸਿੱਖਾਂ ਨੇ ਇਹਨਾਂ ਨੂੰ ਵੇਖ ਕੇ ਤੇ ਉਹ ਫਿਰ ਕਰਨਾ। ਚਲੋ ਬਾਅਦ ਵਿੱਚ ਨਵੰਬਰ 'ਚ ਉਹਨੂੰ ਸੋਧਾ ਫਿਰ ਬਾਬਾ ਸਤਵੰਤ ਸਿੰਘ ਜੀ ਬੇਅੰਤ ਸਿੰਘ ਜੀ ਵੱਲੋਂ ਲਾਇਆ ਜਾਂਦਾ। ਇਹ ਸਾਰਾ ਫਿਰ 84 ਤੋਂ ਬਾਅਦ 92 93 95 ਤੱਕ ਜਿੰਨਾ KPS ਗੱਲ ਨੇ ਸਾਡਾ ਨੌਜਵਾਨ ਮਾਰਿਆ ਨਾ ਜੀ, ਨਜਾਇਜ਼ ਮੁਕਾਬਲੇ ਬਣਾ ਕੇ 25 ਸਾਲ ਪੰਜਾਬ ਦੀ ਧਰਤੀ ਤੋਂ ਕੋਈ ਪਿੰਡ 'ਚੋਂ ਕੋਈ ਪੁੱਤ ਘੋੜੀ ਨਹੀਂ ਸੀ ਬੈਠਾ, ਰਹਿਣ ਹੀ ਨਹੀਂ ਦਿੱਤਾ ਸੀ ਇਹਨਾਂ ਨੇ। ਆ ਤੇ ਹੁਣ ਆ ਕੇ ਜਵਾਨੀ ਲੱਭਣ ਲੱਗੀ ਆ, ਪਿੱਛੇ ਝਾਤ ਮਾਰ ਕੇ ਵੇਖੋ ਤੇ ਜਿਹੜੇ ਇਲਾਕਿਆਂ ਦੇ ਵਿੱਚ ਕਹਿਰ ਵਾਪਰੇ, ਕਹਿੰਦੇ ਘੋੜੀ ਨਹੀਂ ਸੀ ਕੋਈ 25 ਸਾਲ ਤੱਕ ਨੌਜਵਾਨ ਚੜਿਆ। ਸੋ ਮਿਹਰ ਕਰੇ ਪ੍ਰਿਤਪਾਲ ਸਿੰਘ ਜੀ। ਇਹ ਲੁਧਿਆਣੇ ਦੀ ਮੈਨੇਜਮੈਂਟ ਗੁਰਦੁਆਰਾ ਦੂਖ ਨਿਵਾਸ ਸਾਹਿਬ, ਪਿੰਦਰਪਾਲ ਜੀ ਨੇ ਗੱਲ ਇੱਕ ਵਾਰੀ ਸੁਣਾਈ ਸੀ ਬੜੀ ਚਿਰ ਪਹਿਲਾਂ, ਕਹਿੰਦੇ ਉੱਥੇ ਮੈਂ ਗ੍ਰੰਥੀ ਦੀ ਡਿਊਟੀ ਕਰਦਾ ਸੀ ਉਦੋਂ, ਤੇ ਇਹ ਪ੍ਰਿਤਪਾਲ ਸਿੰਘ ਜੀ ਉਹ ਮੇਨ ਕਹਿ ਲਓ ਪ੍ਰਧਾਨ ਜਾਂ ਮੈਨੇਜਮੈਂਟ ਉੱਥੋਂ ਦੇ, ਇੱਕ ਵਾਰੀ ਨਾ ਕੋਈ ਬਾੜ ਆਈ ਇਹਨਾਂ ਦੇ ਇਲਾਕਿਆਂ 'ਚ ਆਊਟ ਆਫ ਪੰਜਾਬ, ਤੇ ਇੱਥੋਂ ਲੰਗਰ ਲੈ ਕੇ ਨਾ ਦੂਖ ਨਿਵਾਸ ਸਾਹਿਬ ਦੀ ਇੱਕ ਟੀਮ ਉੱਥੇ ਗਈ। ਕਹਿੰਦੇ ਕਿ ਉਹ ਲੰਗਰ ਜਦੋਂ ਅਸੀਂ ਲਾਇਆ ਨਾ, ਹਿੰਦੂ ਲੋਕ ਆਉਣੇ ਆ ਲੰਗਰ ਛਕਣੇ, ਤੇ ਉਹਨਾਂ ਨੇ ਕਹਿੰਦੇ ਕਿ ਲੰਗਰ ਵਿੱਚ ਘਟਨਾ ਇਹ ਵੇਖੀ ਕਿ ਇੱਕ ਬਜ਼ੁਰਗ ਲੰਗਰ ਛਕਣ ਆਉਂਦਾ ਹੁੰਦਾ ਸੀ, ਰੋਜ਼ ਹੀ ਰੋਂਦਾ ਹੁੰਦਾ ਸੀ। ਤੇ ਕਹਿੰਦੇ 2 ਦਿਨ ਹੋਏ 3 ਦਿਨ ਹੋਏ, ਪ੍ਰਿਤਪਾਲ ਨੇ ਗੱਲ ਫਿਰ ਪਿੰਦਰਪਾਲ ਜੀ ਦੱਸੀ, ਉਹਨਾਂ ਨੇ ਕਥਾ 'ਚ ਕੀਤੀ। ਕਹਿੰਦੇ ਕਿ ਮੈਂ ਪੁੱਛ ਲਿਆ ਇੱਕ ਦਿਨ ਬਜ਼ੁਰਗ ਨੂੰ ਜਾ ਕੇ ਕਿ ਬਜ਼ੁਰਗੋ ਤੁਸੀਂ ਜਦੋਂ ਲੰਗਰ ਛਕਣ ਆਉਂਦੇ ਹੋ ਛਕਦੇ ਰੋਂਦੇ ਹੀ ਰਹਿੰਦੇ ਹੋ, ਚੁੱਪ ਹੀ ਨਹੀਂ ਹੁੰਦੇ। ਉਹ ਕਹਿੰਦਾ ਮੈਨੂੰ 84 ਯਾਦ ਆਉਂਦੀ ਆ, ਅੱਜ ਸਾਡੇ ਤੇ ਆਈਆਂ ਤੁਸੀਂ ਲੰਗਰ ਲੈ ਪਹੁੰਚੇ, ਜਿੱਦਣ ਤੁਹਾਡੇ ਤੇ ਆਈਆਂ ਸੀ ਅਸੀਂ ਤੁਹਾਨੂੰ ਪਾਣੀ ਦੇ ਘੁੱਟ ਨਹੀਂ ਗਲਾਂ 'ਚ ਟੈਰ ਪਾ ਸਾਡੇ। ਕਹਿੰਦੇ ਅਸੀਂ ਤੁਹਾਡਾ ਦੇਣ ਕਿੱਥੋਂ ਦੇ ਲਾਂਗੇ, ਮੈਂ ਤਾਂ ਕਿਉਂਕਿ ਬਜ਼ੁਰਗ ਸੀ ਨਾ, ਉਹਨੇ ਅੱਖੀ ਦੇਖਿਆ। ਤੇ ਇਹ ਘਟਨਾ ਕੱਲੀ ਪੰਜਾਬ 'ਚ ਨਹੀਂ ਹੋਈ, ਅਸੀਂ ਜੱਬਲਪੁਰ 3-4 ਸਾਲ ਡਿਊਟੀ ਕੀਤੀ ਕੀਰਤਨ ਦੀ, ਉੱਥੇ ਜਿਹੜਾ ਨਰਮਦਾ ਦੇ ਉੱਪਰ ਨਾ ਗੁਰੂ ਸਾਹਿਬ ਦਾ ਗੁਰਦੁਆਰਾ ਤੇ ਬਾਬੇ ਕੋਟੇ ਦਾ ਆਧਾਰ ਕੀਤਾ, ਬੜੀ ਵੱਡੀ ਬਿਲਡਿੰਗ ਬਣੀ। ਉਹ ਲੋਕ ਦੱਸਦੇ ਸੀ, ਕਹਿੰਦੇ ਇਹਨਾਂ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਿਸ਼ਾਬ ਕੀਤੇ ਲੋਕਾਂ ਨੇ, ਉਹ ਪੂਰਾ ਪਿੰਡ ਹੀ ਉਜਾੜ ਕੇ ਰੱਖਤਾ ਸਿੱਖਾਂ ਦਾ। ਹੁਣ ਆ ਕੇ ਆਬਾਦ ਹੋਇਆ। ਇਦਾਂ ਦੇ ਕਿੰਨੀਆਂ ਕੁ ਘਟਨਾਵਾਂ ਤੁਸੀਂ ਜਿਹੜੀਆਂ ਸੁਣੋਗੇ ਜਾਂ ਪੜੋਗੇ, ਜੋ ਇਹਨਾਂ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਤੇ ਸਿੱਖਾਂ ਨੂੰ ਮਕਾਉਣ ਦੇ ਲਈ ਸਭ ਕੁਝ 84 ਦੇ ਵੇਲੇ ਕੀਤਾ। ਸੋ ਸੰਗਤ ਜੀ